ਸਟੂਡੈਂਟਸ ਅੱਜ ਆਪਾਂ ਪੜ੍ਹਨਾ ਹੈ ਟਾਈਪਸ ਐਂਡ ਫਾਊਂਡੇਸ਼ਨ ਆਫ ਕਰਿਕੂਲਮ। ਤਾਂ ਕਹਿੰਦੇ ਪ੍ਰਮੁੱਖ ਪਾਠਕ੍ਰਮ ਜਾਂ ਕੋਰ ਕਰਿਕੂਲਮ ਕੀ ਹੁੰਦਾ ਹੈ। ਪਾਠਕ੍ਰਮ ਤੋਂ ਭਾਵ ਉਹਨਾਂ ਪਾਠਾਂ ਤੇ ਅਕਾਦਮਿਕ ਵਿਸ਼ਾ ਸਮੱਗਰੀ ਤੋਂ ਹੈ ਜੋ ਇੱਕ ਵਿਸ਼ੇਸ਼ ਕੋਰਸ ਜਾਂ ਪ੍ਰੋਗਰਾਮ ਦੇ ਅੰਤਰਗਤ ਸਕੂਲਾਂ ਵਿੱਚ ਪੜ੍ਹਾਏ ਜਾਂਦੇ ਨੇ। ਤਾਂ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੋ ਕਰਿਕੂਲਰ ਐਕਟੀਵਿਟੀਜ਼ ਆ ਜਾਂਦੀਆਂ ਨੇ ਜਿਨ੍ਹਾਂ ਦਾ ਸੰਬੰਧ ਸਿੱਖਿਆ ਦੇ ਨਾਲ ਹੈ। ਤਾਂ ਇਸ ਤਰ੍ਹਾਂ ਇਹਨਾਂ ਜਿਹੜੀਆਂ ਐਕਟੀਵਿਟੀਜ਼ ਨੇ ਤਾਂ ਉਹ ਇਸ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ ਜੋ ਸਾਡੀ ਸਿੱਖਿਆ ਦੇ ਵਿੱਚ ਸਹਾਇਕ ਨੇ। ਅਤੇ ਇਸ ਤੋਂ ਇਲਾਵਾ ਸਾਡਾ ਸਿਲੇਬਸ ਜੋ ਕਿ ਸਾਨੂੰ ਨੈਕਸਟ ਕਲਾਸ ਦੇ ਵਿੱਚ ਪ੍ਰਮੋਟ ਹੋਣ ਲਈ ਜ਼ਰੂਰੀ ਹੈ ਉਹ ਸਿਲੇਬਸ ਹੈ ਜਿਹੜਾ ਉਹ ਇਸ ਦੇ ਵਿੱਚ ਸ਼ਾਮਲ ਕੀਤਾ ਜਾਂਦਾ। ਤਾਂ ਨੈਕਸਟ ਹੈਗਾ ਮੀਨਿੰਗ ਆਫ ਕੋਰ ਕਰਿਕੂਲਮ। ਤਾਂ ਕੋਰ ਸ਼ਬਦ ਦੀ ਸਧਾਰਨ ਪਰਿਭਾਸ਼ਾ ਹੁੰਦੀ ਹੈ ਸੈਂਟਰਲ ਜਾਂ ਕੇਂਦਰੀ। ਤਾਂ ਇਸ ਅਨੁਸਾਰ ਪ੍ਰਮੁੱਖ ਪਾਠਕ੍ਰਮ ਉਹਨਾਂ ਕੋਰਸਾਂ ਦਾ ਇੱਕ ਸੈੱਟ ਹੈ ਜਿਸ ਨੂੰ ਅਗਲੀ ਸ਼੍ਰੇਣੀ ਦੇ ਵਿੱਚ ਪ੍ਰਮੋਟ ਹੋਣ ਦੇ ਲਈ ਵਿਦਿਆਰਥੀ ਨੂੰ ਜਿਹੜੇ ਕੁਝ ਸਬਜੈਕਟ ਨੇ ਜਿਹੜੇ ਉਹ ਪੜ੍ਹਾਏ ਜਾਂਦੇ ਨੇ। ਅਤੇ ਇਹਨਾਂ ਦੇ ਵਿੱਚ ਕਾਮਨ ਸਬਜੈਕਟ ਨੇ ਜਿਹੜੇ ਉਹ ਆ ਜਾਂਦੇ ਨੇ ਜਿਵੇਂ ਮੈਥ, ਸਾਡੀ ਲੈਂਗੁਏਜ, ਸਧਾਰਨ ਵਿਗਿਆਨ ਜਾਂ ਸਮਾਜਿਕ ਅਧਿਐਨ ਜਿਹਨੂੰ ਆਪਾਂ SST। ਤਾਂ ਮਿਡਲ ਅਤੇ ਹਾਈ ਸਕੂਲਾਂ ਦੇ ਵਿੱਚ ਪ੍ਰਚਲਿਤ ਪ੍ਰਮੁੱਖ ਪਾਠਕ੍ਰਮ ਦੀਆਂ ਕੁਝ ਉਦਾਹਰਨਾਂ ਨੇ ਜਿਹੜੇ ਕਾਮਨ ਸਬਜੈਕਟ ਇਸ ਪਾਠਕ੍ਰਮ ਦੇ ਵਿੱਚ ਪੜ੍ਹਾਏ ਜਾਂਦੇ ਨੇ। ਤਾਂ ਇਸ ਕੋਰ ਕਰਿਕੂਲਮ ਦੇ ਵਿੱਚ ਮੁੱਖ ਤੌਰ 'ਤੇ ਉਹਨਾਂ ਸਬਜੈਕਟਸ ਦਾ ਇੱਕ ਜੁੱਟ ਹੁੰਦਾ ਹੈ ਜਿਹੜਾ ਇੱਕ ਵਿਦਿਆਰਥੀ ਨੂੰ ਨੈਕਸਟ ਕਲਾਸ ਦੇ ਵਿੱਚ ਪ੍ਰਮੋਟ ਹੋਣ ਦੇ ਲਈ ਪੜ੍ਹਾਏ ਜਾਂਦੇ ਨੇ। ਤਾਂ ਸਾਡੇ ਸਕੂਲਾਂ ਦੇ ਵਿੱਚ ਸਿੱਖਿਆ ਦੇ ਇੱਕ ਪ੍ਰਮੁੱਖ ਕੋਰਸ ਦੇ ਵਿੱਚ ਵਿਸ਼ੇਸ਼ ਤੌਰ 'ਤੇ ਭਾਸ਼ਾ, ਕਲਾਵਾਂ, ਗਣਿਤ ਵਿਗਿਆਨ ਅਤੇ ਸਮਾਜਿਕ ਅਧਿਐਨ 4 ਪ੍ਰਮੁੱਖ ਵਿਸ਼ੇ ਸ਼ਾਮਲ ਨੇ। ਜਿਵੇਂ ਤੁਹਾਡੇ ਕੋਰਸ ਦੇ ਵਿੱਚ BA BEd ਫਸਟ ਦੇ ਵਿੱਚ ਅਸੀਂ 2 ਸਬਜੈਕਟ ਨੇ ਜਿਹੜੇ ਉਹ BEd ਨੂੰ ਮੁੱਖ ਰੱਖ ਕੇ ਹਰ ਇੱਕ ਸਬਜੈਕਟ ਦੇ ਵਿੱਚ ਵਾਰ-ਵਾਰ ਪੜ੍ਹ ਰਹੇ ਹਾਂ। ਅਤੇ ਇਸ ਤੋਂ ਇਲਾਵਾ ਤੁਹਾਡੇ ਹੋਰ ਸਬਜੈਕਟਸ ਜਿਵੇਂ ਤੁਹਾਡੀ ਲੈਂਗੁਏਜ ਇੰਗਲਿਸ਼, ਪੰਜਾਬੀ, ਹਿੰਦੀ ਜਾਂ ਇਸ ਤੋਂ ਇਲਾਵਾ SST ਕੰਬੀਨੇਸ਼ਨ ਦੇ ਸਬਜੈਕਟ ਮੈਥ, ਸਾਇੰਸ ਦਾ। ਤਾਂ ਉਹ ਸਾਰੇ ਸਬਜੈਕਟ ਜੋ ਕਿਸੇ ਵਿਦਿਆਰਥੀ ਨੂੰ ਨੈਕਸਟ ਕਲਾਸ ਦੇ ਵਿੱਚ ਪ੍ਰਮੋਟ ਹੋਣ ਦੇ ਲਈ ਜ਼ਰੂਰੀ ਨੇ ਤਾਂ ਉਹ ਸਬਜੈਕਟਸ ਨੇ ਜਿਹੜੇ ਇਸ ਦੇ ਵਿੱਚ ਪੜ੍ਹਾਏ ਜਾਂਦੇ ਨੇ। ਤਾਂ ਆਪਾਂ ਆਪਣੇ ਇਸ ਸਿਲੇਬਸ ਦੇ ਵਿੱਚ ਗੱਲ ਕਰਦੇ ਹਾਂ ਸਕੂਲ ਲੈਵਲ ਦੀ। ਤਾਂ ਸਕੂਲ ਲੈਵਲ 'ਤੇ ਜਿਹੜੇ ਇਹ ਸਬਜੈਕਟਸ ਨੇਗੇ ਜਿਵੇਂ ਗਣਿਤ ਹੋ ਗਿਆ, ਵਿਗਿਆਨ ਹੋ ਗਿਆ, ਸਮਾਜਿਕ ਅਧਿਐਨ, SST ਦਾ ਸਬਜੈਕਟ ਹੋ ਗਿਆ, ਇਹ ਮੁੱਖ ਤੌਰ 'ਤੇ ਵਿਦਿਆਰਥੀ ਨੂੰ ਪੜ੍ਹਾਏ ਜਾਂਦੇ ਨੇ। ਤਾਂ ਇਸ ਤਰ੍ਹਾਂ ਇਸ ਕੋਰ ਕਰਿਕੂਲਮ ਦੀਆਂ ਅਲੱਗ-ਅਲੱਗ ਵਿਦਵਾਨਾਂ ਵੱਲੋਂ ਅਲੱਗ-ਅਲੱਗ ਡੈਫੀਨੇਸ਼ਨਸ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ। ਤਾਂ ਸਭ ਤੋਂ ਪਹਿਲਾਂ ਵਰਨੈਟ ਨੇ ਦਿੱਤੀ ਹੈ ਡੈਫੀਨੇਸ਼ਨ ਕਿ ਇੱਕ ਸੱਚਾ ਪ੍ਰਮੁੱਖ ਪਾਠਕ੍ਰਮ ਉਹਨਾਂ ਸਮੱਸਿਆਵਾਂ ਨੂੰ ਨਿਸ਼ਾਨੇ 'ਤੇ ਲੈਂਦਾ ਹੈ ਜਿਹੜੀਆਂ ਸਾਰੇ ਨੌਜਵਾਨਾਂ ਲਈ ਸਾਂਝੀਆਂ ਹੁੰਦੀਆਂ ਨੇ ਅਤੇ ਇੱਕ ਕਾਰਜਾਤਮਕ ਦ੍ਰਿਸ਼ਟੀ ਜਿਹੜੇ ਯੁਵਕਾਂ ਦੇ ਸਰੋਕਾਰਾਂ ਨੂੰ ਇੱਕ ਪਾਸੇ ਤਾਂ ਉਹਨਾਂ ਦੀਆਂ ਮੰਗਾਂ ਦੇ ਨਾਲ ਜੁੜੀ ਹੁੰਦੀ ਹੈ ਅਤੇ ਦੂਜੇ ਪਾਸੇ ਕਿਸੇ ਨਾ ਕਿਸੇ ਇੱਕ ਪੱਖ ਉੱਪਰ ਗੈਰ ਜ਼ਰੂਰੀ ਜਿਹੜੇ ਤੱਤ ਨੇ ਇਸ ਦੇ ਵਿੱਚ ਗੈਰ ਜ਼ਰੂਰੀ ਵੱਲ ਦਿੰਦੀ ਹੈ ਨਾ ਹੀ ਕਿਸੇ ਦੂਸਰੇ ਪੱਖ ਨੂੰ ਨਾ ਹੀ ਜਿਹੜੀ ਨਜ਼ਰ ਅੰਦਾਜ਼ ਕਰਦੀ ਹੈ। ਤਾਂ ਇਸ ਤਰ੍ਹਾਂ ਇੱਕ ਪਾਸੇ ਤਾਂ ਇਹ ਸਾਡੀਆਂ ਮੁੱਖ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ ਜਾਣੋ ਅਤੇ ਉਹਨਾਂ ਦਾ ਜਿਹੜਾ ਉਹਨਾਂ ਸਮੱਸਿਆਵਾਂ ਦੇ ਹੱਲ ਕੱਢਣ ਦੇ ਲਈ ਇਹ ਪ੍ਰਯੋਗਸ਼ੀਲ ਹੁੰਦੀਆਂ ਨੇ। ਅਤੇ ਉਸ ਤੋਂ ਅੱਗੇ ਕੈਸਲਰ ਦੀ ਜਿਹੜੀ ਡੈਫੀਨੇਸ਼ਨ ਹੈ ਕਿ ਪ੍ਰਮੁੱਖ ਪਾਠਕ੍ਰਮ ਨੂੰ ਉਹਨਾਂ ਸਿੱਖਿਅਕ ਅਨੁਭਵਾਂ ਵਿੱਚੋਂ ਵਿਚਾਰਿਆ ਜਾ ਸਕਦਾ ਹੈ ਜਿਹੜੇ ਸਾਰੇ ਸਿਖਿਆਰਥੀਆਂ ਲਈ ਮੌਲਿਕ ਜਾਂ ਆਧਾਰਭੂਤ ਹੁੰਦੇ ਨੇ ਕਿਉਂਕਿ ਇਹਨਾਂ ਨੂੰ ਉਲੀਕਦੇ ਸਮੇਂ ਸਿਖਿਆਰਥੀਆਂ ਨੂੰ ਕਿਸੇ ਲੋਕਤੰਤਰੀ ਸਮੁਦਾਇ ਦੇ ਯੋਗ ਨਾਗਰਿਕਾਂ ਦੇ ਰੂਪ ਵਿੱਚ ਮੰਨ ਕੇ ਉਹਨਾਂ ਦੀਆਂ ਸਾਂਝੀਆਂ ਵਿਅਕਤੀਗਤ ਅਤੇ ਸਮਾਜਿਕ ਲੋੜਾਂ ਨੂੰ ਆਧਾਰ ਵਿੱਚ ਰੱਖਿਆ ਗਿਆ ਹੁੰਦਾ ਹੈ ਅਤੇ ਉਹਨਾਂ ਅੰਦਰ ਇੱਕ ਚੰਗੇ ਨਾਗਰਿਕ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਪੈਦਾ ਕਰਨ ਦੀ ਜਿਹੜੀ ਸ਼ਕਤੀ ਇਸ ਕਰਿਕੂਲਮ ਦੇ ਵਿੱਚ ਸ਼ਾਮਲ ਹੁੰਦੀ ਹੈ। ਤਾਂ ਨੈਕਸਟ ਹੈਗੀ ਹੈ ਕਾਸਵੈਲ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਹੈਗੀ ਕਿ ਸਾਵਧਾਨੀਪੂਰਵਕ ਨਿਯੋਜਿਤ ਅਨੁਭਵਾਂ ਦੀ ਇੱਕ ਨਿਰੰਤਰ ਲੜੀ ਹੁੰਦੀ ਹੈ ਜੋ ਮਹੱਤਵਪੂਰਨ ਵਿਅਕਤੀਗਤ ਅਤੇ ਸਮਾਜਿਕ ਸਮੱਸਿਆਵਾਂ ਉੱਪਰ ਆਧਾਰਿਤ ਹੁੰਦੀ ਹੈ ਜੋ ਸਾਰੇ ਨੌਜਵਾਨਾਂ ਦੇ ਸਾਂਝੇ ਮੁੱਦਿਆਂ ਦੀ ਸਿੱਖਿਆ ਨਾਲ ਸੰਬੰਧਿਤ ਹੁੰਦੀ ਹੈ। ਭਾਵ ਕਿ ਇਸ ਕਰਿਕੂਲਮ ਦੇ ਵਿੱਚ ਅਜਿਹੇ ਜਿਹੜੇ ਸਬਜੈਕਟਸ ਨੇ ਤਾਂ ਇਸ ਤਰ੍ਹਾਂ ਇਸ ਕੋਰ ਕਰਿਕੂਲਮ ਦੇ ਵਿੱਚ ਅਜਿਹੇ ਸਬਜੈਕਟ ਨੇ ਜਿਹੜੇ ਉਹ ਸ਼ਾਮਲ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਦੁਆਰਾ ਵਿਦਿਆਰਥੀਆਂ ਦੇ ਵਿੱਚ ਇੱਕ ਚੰਗੀ ਭਾਵਨਾ ਅਤੇ ਚੰਗੇ ਨਾਗਰਿਕ ਹੋਣ ਦੀ ਭਾਵਨਾ ਦਾ ਵਿਕਾਸ ਕੀਤਾ ਜਾਂਦਾ ਹੈ। ਤਾਂ ਅੱਗੇ ਆਪਾਂ ਕਰਦੇ ਹਾਂ ਪ੍ਰਮੁੱਖ ਪਾਠਕ੍ਰਮ ਦੇ ਉਦੇਸ਼ ਆਬਜੈਕਟਿਵ ਜਾਂ ਪਰਪਸ। ਤਾਂ ਕਹਿੰਦੇ ਜਿਹੜਾ ਕੋਰ ਕਰਿਕੂਲਮ ਹੈ ਉਹ ਇੱਕ ਆਧੁਨਿਕ ਦ੍ਰਿਸ਼ਟੀ ਹੈ ਜਿਸ ਦੇ ਵਿੱਚ ਮੁੱਢਲੀਆਂ ਬੌਧਿਕ ਜਿਹੜੇ ਗੁਣ ਨੇ ਜਾਂ ਕੁਸ਼ਲਤਾਵਾਂ ਨੇ ਉਹਨਾਂ ਨੂੰ ਵਿਕਸਿਤ ਕਰਨਾ ਇਸ ਦਾ ਮੁੱਖ ਆਬਜੈਕਟਿਵ ਹੈ।
ਤਾਂ ਆਪਾਂ ਇਸ ਦੇ ਪਹਿਲਾਂ ਕੁਝ ਮੇਨ ਪਰਪਸ ਕਰਾਂਗੇ। ਤਾਂ ਪ੍ਰਮੁੱਖ ਪਾਠਕ੍ਰਮ ਦੁਆਰਾ ਵਿਦਿਆਰਥੀ ਮਾਨਵੀ ਸੱਭਿਆਚਾਰ ਅਤੇ ਪ੍ਰਕਿਰਤਿਕ ਸੰਸਾਰ ਬਾਰੇ ਬੁਨਿਆਦੀ ਗਿਆਨ ਪ੍ਰਾਪਤ ਕਰਦਾ ਹੈ ਅਤੇ ਉਸ ਦੀ ਇੱਕ ਸਮਾਜਿਕ ਜ਼ਿੰਮੇਵਾਰੀ ਹੁੰਦੀ ਹੈ ਕਿ ਉਸਨੇ ਸਮਾਜ ਦੇ ਵਿੱਚ ਕਿਵੇਂ ਰਹਿਣਾ ਹੈ, ਕਿਵੇਂ ਵਿਚਰਨਾ ਹੈ। ਤਾਂ ਇਸ ਬਾਰੇ ਜਿਹੜੀ ਜਾਣਕਾਰੀ ਹੈ ਤਾਂ ਸਮਾਜ ਦੇ ਵਿੱਚ ਐਡਜਸਟਮੈਂਟ ਕਰਨ ਦੀ ਭਾਵਨਾ ਹੈ ਜਿਹੜੀ ਉਹ ਇਸ ਕਰੀਕੁਲਮ ਦੇ ਜ਼ਰੀਏ ਵਿਦਿਆਰਥੀ ਕਰਦਾ ਹੈ। ਤਾਂ ਸਭ ਪ੍ਰਕਾਰ ਦੇ ਸਿੱਖਣ ਲਈ ਲਾਜ਼ਮੀ ਬੌਧਿਕ ਅਤੇ ਵਿਵਹਾਰਿਕ ਕੌਸ਼ਲ ਦਾ ਵਿਕਾਸ ਹੁੰਦਾ ਹੈ। ਤਾਂ ਨੈਕਸਟ ਹੈਗਾ ਕਲਾਵਾਂ ਦਾ ਵਿਕਾਸ। ਵਿਦਿਆਰਥੀ ਨੂੰ ਸਿਰਜਣਾਤਮਕ, ਪਰਿਵਰਤਨਾਤਮਕ, ਪੁੱਛ ਪੜਤਾਲ ਅਤੇ ਵਿਸ਼ਲੇਸ਼ਣ, ਮੁਲਾਂਕਣ ਅਤੇ ਜਾਣਕਾਰੀ। ਤਾਂ ਜਦੋਂ ਕੋਈ ਵੀ ਸਬਜੈਕਟ ਆਪਾਂ ਪੜ੍ਹਦੇ ਹਾਂ ਤਾਂ ਉਸ ਨਾਲ ਸੰਬੰਧਿਤ ਚਿੰਤਨ ਸ਼ਕਤੀ ਅਤੇ ਉਸ ਨਾਲ ਸੰਬੰਧਿਤ ਕੁਐਸਚਨ ਜਿਹੜੇ ਉਹ ਸਾਡੇ ਮਨਾਂ ਦੇ ਵਿੱਚ ਆਉਂਦੇ ਨੇ ਅਤੇ ਅਸੀਂ ਉਸ ਕੁਐਸਚਨ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੰਚਾਰ ਕੌਸ਼ਲਾਂ ਦਾ ਵਿਕਾਸ, ਜਿਵੇਂ ਕਿ ਲਿਖਤੀ ਅਤੇ ਦ੍ਰਿਸ਼ਟ ਸੰਚਾਰ ਦੁਆਰਾ ਪ੍ਰਭਾਵਸ਼ਾਲੀ ਅਸੀਂ ਲਿਖਤੀ ਜਦੋਂ ਅਸੀਂ ਲਿਖਦੇ ਹਾਂ ਤਾਂ ਸਾਡੀ ਲਿਖਣ ਸ਼ੈਲੀ ਦਾ ਵਿਕਾਸ ਹੁੰਦਾ ਹੈ ਅਤੇ ਇਸ ਦੇ ਨਾਲ ਸਾਡੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਡੀਆਂ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਕੌਸ਼ਲਾਂ ਨੇ ਉਹਨਾਂ ਦਾ ਵਿਕਾਸ ਹੁੰਦਾ ਹੈ। ਪ੍ਰਯੋਗਸਿੱਧ ਅਤੇ ਪ੍ਰਮਾਣਾਤਮਕ ਕੌਸ਼ਲਾਂ ਦਾ ਵਿਕਾਸ। ਅਜਿਹੇ ਪ੍ਰਯੋਗਸਿੱਧ ਅਤੇ ਪ੍ਰਮਾਣਾਤਮਕ ਕੌਸ਼ਲਾਂ ਦਾ ਵਿਕਾਸ ਹੈ ਜਿਹੜਾ ਇਸ ਕਰੀਕੁਲਮ ਦੇ ਜ਼ਰੀਏ ਹੁੰਦਾ ਹੈ। ਟੀਮ ਕਾਰਜ, ਭਿੰਨ ਭਿੰਨ ਵਿਚਾਰਾਂ 'ਤੇ ਧਿਆਨ ਹਿੱਤ ਰੱਖਣ ਦੀ ਯੋਗਤਾ ਪੈਦਾ ਕਰਨੀ। ਤਾਂ ਇੱਕ ਟੀਮ ਦੇ ਵਿੱਚ ਰਹਿ ਕੇ ਅਸੀਂ ਇਹ ਕੰਮਾਂ ਨੂੰ ਸਿੱਖਦੇ ਹਾਂ। ਤਾਂ ਸਾਡੇ ਸਬਜੈਕਟ ਸਾਡੇ ਇੱਕ ਕਰੀਕੁਲਮ ਦੇ ਵਿੱਚ ਜੋ ਵੀ ਸਬਜੈਕਟ ਸ਼ਾਮਲ ਕੀਤੇ ਜਾਂਦੇ ਨੇ ਅਤੇ ਉਹਨਾਂ ਦੇ ਜ਼ਰੀਏ ਜਦੋਂ ਇੱਕ ਕਲਾਸ ਦੇ ਵਿੱਚ ਬੈਠ ਕੇ ਅਸੀਂ ਉਸ ਨੂੰ ਪੜ੍ਹਦੇ ਹਾਂ ਤਾਂ ਇੱਕ ਟੀਮ ਕਾਰਜ ਕਰਨ ਦੀ ਭਾਵਨਾ ਹੈ ਜਿਹੜੀ ਉਸ ਸਾਡੇ ਅੰਦਰ ਵਿਕਸਿਤ ਹੁੰਦੀ ਹੈ। ਵਿਅਕਤੀਗਤ ਜ਼ਿੰਮੇਵਾਰੀ, ਤਾਂ ਹਰ ਇੱਕ ਵਿਦਿਆਰਥੀ, ਹਰ ਇੱਕ ਵਿਅਕਤੀ ਦੀ ਇੱਕ ਨਿੱਜੀ ਜ਼ਿੰਮੇਵਾਰੀ ਹੈ ਜਿਹੜੀ ਉਸ ਦਾ ਵਿਕਾਸ ਹੁੰਦਾ ਹੈ। ਸਮਾਜਿਕ ਜ਼ਿੰਮੇਵਾਰੀ, ਵਿਦਿਆਰਥੀਆਂ ਨੂੰ ਉਸਨੇ ਆਪਣੇ ਫੀਲਡ ਦੇ ਵਿੱਚ, ਉਸਨੇ ਆਪਣੇ ਨੈਸ਼ਨਲ ਦੇ ਵਿੱਚ ਅਤੇ ਉਸਨੇ ਵਰਲਡ ਪੱਧਰ 'ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਕਰਨੀਆਂ ਨੇ ਜਾਂ ਕਿਸ ਤਰ੍ਹਾਂ ਉਸਨੇ ਆਪਣੇ ਅੰਦਰ ਨਾਗਰਿਕਤਾ ਦੀ ਭਾਵਨਾ ਪੈਦਾ ਕਰਨੀ ਹੈ। ਤਾਂ ਇਸ ਤਰ੍ਹਾਂ ਜ਼ਰੀਏ ਉਸ ਜ਼ਿੰਮੇਵਾਰੀ ਦਾ ਵਿਕਾਸ ਹੁੰਦਾ ਹੈ। ਅਨੁਭਵ ਪ੍ਰਦਾਨ ਕਰਨਾ, ਵਿਦਿਆਰਥੀ ਨੂੰ ਅਨੁਭਵਾਂ ਦਾ ਇੱਕ ਅਜਿਹਾ ਸਮੂਹ ਪ੍ਰਦਾਨ ਕਰਨਾ ਜਿਸ ਦਾ ਸੰਗਠਨ ਵਿਅਕਤੀਆਂ ਦੇ ਸਮਾਜਿਕ ਸਮੱਸਿਆਵਾਂ ਦੇ ਦੁਆਲੇ ਹੁੰਦਾ ਹੈ। ਰੋਜ਼ਾਨਾ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਦਾ ਹੱਲ ਹੈ ਜਿਹੜਾ ਉਸ ਨੂੰ ਹੱਲ ਕਰਨ ਦੀ ਭਾਵਨਾ ਹੈ ਜਿਹੜਾ ਜਾਂ ਉਸ ਨੂੰ ਹੱਲ ਕਰਨ ਦਾ ਤਜਰਬਾ ਜਾਂ ਅਨੁਭਵ ਹੈ ਉਹ ਵੀ ਪ੍ਰਾਪਤ ਹੁੰਦਾ ਹੈ। ਲੋਕਤੰਤਰੀ ਨਾਗਰਿਕ ਬਣਾਉਣਾ, ਨੌਜਵਾਨਾਂ ਨੂੰ ਅਨੁਭਵ ਪ੍ਰਦਾਨ ਕਰਨਾ ਜਿਸ ਦੁਆਰਾ ਇੱਕ ਲੋਕਤੰਤਰ ਦੇ ਵਧੀਆ ਜਿਹੜੇ ਨਾਗਰਿਕ ਨੇ ਉਹ ਬਣ ਸਕਣ। ਤਾਂ ਅੱਗੇ ਹੈਗਾ ਟਾਈਪਸ ਆਫ ਕੋਰ ਕਰੀਕੁਲਮ। ਤਾਂ ਭਾਵ ਕਿ ਕਿਸ ਕਿਸਮ ਦਾ ਇਹ ਕੋਰ ਕਰੀਕੁਲਮ ਹੈ। ਤਾਂ ਵੱਖਰੇ ਵੱਖਰੇ ਵਿਸ਼ੇ, ਉਹ ਵਿਸ਼ੇ ਜਿਹਨਾਂ ਨੂੰ ਅਸੀਂ ਅਲੱਗ-ਅਲੱਗ ਕਰਕੇ ਪੜ੍ਹਦੇ ਹਾਂ, ਜਿਵੇਂ ਅਸੀਂ ਗਣਿਤ, ਵਿਗਿਆਨ, ਭਾਸ਼ਾਵਾਂ, ਮਾਨਵ ਵਿਗਿਆਨਾਂ ਨੂੰ ਹਾਈ ਸਕੂਲ ਵਿੱਚ ਸੰਬੰਧਿਤ ਪ੍ਰਮੁੱਖ ਪਾਠਕ੍ਰਮ ਦੇ ਰੂਪ ਵਿੱਚ ਪੜ੍ਹਾਇਆ ਜਾ ਸਕਦਾ। ਭਾਵ ਅਸੀਂ ਇਹਨਾਂ ਨੂੰ ਅਲੱਗ-ਅਲੱਗ ਪੜ੍ਹਦੇ ਹਾਂ, ਦੋ ਜਾਂ ਵਧੇਰੇ ਵਿਸ਼ਿਆਂ ਦਾ ਆਪਸੀ ਸੰਬੰਧ ਕੋਰਿਲੇਟ ਕਰਕੇ। ਤਾਂ ਇਸ ਕਿਸਮ ਦੀ ਬਣਤਰ ਦੇ ਵਿੱਚ ਦੋ ਜਾਂ ਵੱਧ ਵਿਸ਼ਿਆਂ ਨੂੰ ਆਪਸ ਦੇ ਵਿੱਚ ਸੰਬੰਧਿਤ ਕਰਕੇ ਪੜ੍ਹਾਇਆ ਜਾਂਦਾ ਹੈ। ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਇੱਕ ਹਿਸਟਰੀ, ਆਪਣੀ ਜੋਗਰਾਫੀ ਅਤੇ ਇਕਨੋਮਿਕਸ ਨੂੰ ਕਿਸ ਤਰ੍ਹਾਂ ਕੋਰਿਲੇਟ ਕਰਕੇ ਪੜ੍ਹਾਇਆ ਜਾ ਸਕਦਾ ਹੈ। ਤਾਂ ਇੱਕ ਜਿਹੜੀ ਉਦਾਹਰਨ ਹੈ ਉਹ ਦਿੱਤੀ ਗਈ ਹੈ ਕਿ ਇਤਿਹਾਸ ਕੀ ਹੈ, ਕਿ ਇੱਕ ਊਰਜਾ ਵਜੋਂ ਤੇਲ ਦੀ ਖੋਜ ਅਤੇ ਵਰਤੋਂ ਦਾ ਇਤਿਹਾਸ। ਇਹ ਕੀ ਹੋ ਗਿਆ, ਹਿਸਟਰੀ ਦਾ ਕੁਐਸਚਨ ਹੋ ਗਿਆ। ਤਾਂ ਜੋਗਰਾਫੀ ਦੇ ਵਿੱਚ ਕੀ ਹੈ ਕਿ ਤੇਲ ਪੈਦਾ ਕਰਨ ਵਾਲੇ ਦੇਸ਼ ਅਤੇ ਉਹਨਾਂ ਦਾ ਸੱਭਿਆਚਾਰ, ਕਿ ਉਹਨਾਂ ਦਾ ਉਹ ਦੇਸ਼ ਕਿਹੜੇ ਨੇ ਅਤੇ ਉਹਨਾਂ ਦਾ ਸੱਭਿਆਚਾਰ ਕਿਵੇਂ ਦਾ। ਅਤੇ ਅਰਥ ਵਿਗਿਆਨ, ਇਕਨੋਮਿਕਸ ਦੇ ਵਿੱਚ ਉਸੇ ਦਾ ਜਿਹੜਾ ਅਰਥ, ਉਸ ਦਾ ਕੁਐਸਚਨ ਕੀ ਬਣਦਾ ਹੈ ਕਿ ਸੰਸਾਰ ਵਪਾਰ ਵਿੱਚ ਤੇਲ ਦੀ ਮਹੱਤਤਾ, ਰਾਸ਼ਟਰਾਂ ਦੇ ਵਿਕਾਸ ਨੂੰ ਤੇਲ ਉਤਪਾਦਨ ਨਾਲ ਜੋੜਨਾ। ਭਾਵ ਕਿਸ ਤਰ੍ਹਾਂ ਇੱਕ ਕੁਐਸਚਨ ਹੈ ਜਿਹੜਾ ਉਹ ਤਿੰਨੋਂ ਜਿਹੜੇ ਸਬਜੈਕਟਸ ਨੇ ਤਾਂ ਉਹਨਾਂ ਦੇ ਵਿੱਚ ਕਿਵੇਂ ਕੋਰਿਲੇਟ ਕਰਕੇ ਜਿਹੜਾ ਉਹ ਪੜ੍ਹਾਇਆ ਜਾ ਸਕਦਾ ਹੈ। ਨੈਕਸਟ ਹੈਗਾ ਏਕੀਕ੍ਰਿਤ ਜਾਂ ਸੰਗਠਿਤ ਪ੍ਰਮੁੱਖ ਪਾਠਕ੍ਰਮ। ਭਾਵ ਕਿ ਜਿਸ ਨੂੰ ਅਸੀਂ ਇਕੱਠਿਆਂ ਪੜ੍ਹ ਸਕਦੇ ਹਾਂ। ਜਿਵੇਂ ਭੌਤਿਕ ਵਿਗਿਆਨ ਦੇ ਵਿੱਚ ਕੀ ਹੈ, ਰਸਾਇਣਿਕ ਵਿਗਿਆਨ, ਜੀਵ ਵਿਗਿਆਨ ਨੂੰ ਅਸੀਂ ਇੱਕ ਨਾਮ ਕੀ ਦਿੱਤਾ ਹੈ, ਸਧਾਰਨ ਵਿਗਿਆਨ ਦੇ ਅੰਡਰ ਹੀ ਜਿਹੜੇ ਸਬਜੈਕਟਸ ਨੇ ਉਹ ਪੜ੍ਹੇ ਜਾਂਦੇ ਨੇ। ਤਾਂ ਇਸੇ ਤਰ੍ਹਾਂ ਸਾਡੀ ਹਿਸਟਰੀ, ਜਿਓਗ੍ਰਾਫੀ, ਇਕਨੋਮਿਕਸ, ਸਾਡਾ ਰਾਜਨੀਤੀ ਸ਼ਾਸਤਰ, ਇਸ ਨੂੰ ਅਸੀਂ ਜਿਸ ਸਬਜੈਕਟ ਦੇ ਅੰਡਰ ਪੜ੍ਹਦੇ ਹਾਂ ਉਸ ਨੂੰ ਹੈਗਾ SST, ਭਾਵ ਅਸੀਂ ਕਹਿ ਦਿੰਦੇ ਹਾਂ ਸਮਾਜਿਕ ਅਧਿਐਨ। ਸਮਾਜਿਕ ਵਿਗਿਆਨ ਦੇ ਅੰਤਰਗਤ ਇਹ ਤਿੰਨੋਂ ਹੀ ਸਬਜੈਕਟ, ਚਾਰ ਹੀ ਸਬਜੈਕਟ ਨੇ ਜਿਹੜੇ ਉਹ ਇਕੱਠੇ ਪੜ੍ਹੇ ਜਾ ਸਕਦੇ ਨੇ। ਵਾਤਾਵਰਨ ਸਿੱਖਿਆ ਅਧਿਐਨ, ਇਸ ਵਿੱਚ ਪ੍ਰਮੁੱਖ ਪਾਠਕ੍ਰਮ ਦੇ ਇੱਕ ਤੱਤ ਵਜੋਂ ਇਸ ਨੂੰ ਪ੍ਰਸਤੁਤ ਕੀਤਾ ਜਾਂਦਾ। ਤਾਂ ਕੀ ਹੈ, ਇਹ ਕਰੀਕੁਲਮ ਦੀਆਂ ਟਾਈਪਸ ਨੇ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਹੜੇ ਵਿਸ਼ੇ ਨੇ ਜਿਹੜੇ ਇਹਨਾਂ ਨੂੰ ਅਸੀਂ ਡਿਫਰੈਂਟ ਪੜ੍ਹਨਾ ਹੈ ਅਤੇ ਕਿਹੜੇ ਸਬਜੈਕਟਸ ਨੇ ਜਿਹੜੇ ਨੂੰ ਅਸੀਂ ਕੋਰਿਲੇਟ ਕਰਕੇ ਪੜ੍ਹਨਾ ਹੈ। ਅਤੇ ਇਸ ਤੋਂ ਇਲਾਵਾ ਉਹ ਸਬਜੈਕਟ ਜਿਹਨੂੰ ਅਸੀਂ ਏਕੀਕ੍ਰਿਤ ਜਾਂ ਸੰਗਠਿਤ ਪ੍ਰਮੁੱਖ ਪਾਠਕ੍ਰਮ ਦੇ ਰੂਪ ਵਿੱਚ ਪੜ੍ਹ ਸਕਦੇ ਹਾਂ। ਤਾਂ ਇਸ ਤਰ੍ਹਾਂ ਇਹ ਸੀਗਾ ਆਪਣਾ ਕੋਰ ਕਰੀਕੁਲਮ ਦਾ ਡੈਫੀਨੇਸ਼ਨ, ਮੀਨਿੰਗ, ਉਸ ਦਾ ਓਬਜੈਕਟਿਵ ਜਾਂ ਪਰਪਸ, ਅਤੇ ਇਸ ਤੋਂ ਇਲਾਵਾ ਉਸ ਦੀਆਂ ਟਾਈਪਸ। ਥੈਂਕ ਯੂ।